ਤੇ ਹੁਣ ਗੱਲ ਇੱਕ ਖਾਸ ਜਾਣਕਾਰੀ ਦੀ। ਦਰਅਸਲ अनुराग वर्मा पंजाब के नवे चीफ ਸਕੱਤਰ नियुक्त किए गए हैं। पंजाब ਨੂੰ ਲੈ ਕੇ ਨਵੇਂ ਚੀਫ ਸਕੱਤਰ ਦਾ ਕੀ ਪਲਾਨ ਹੋਏਗਾ, ਕੀ ਪ੍ਰਾਥਮਿਕਤਾਵਾਂ ਹੋਣਗੀਆਂ, ਮੁੱਖ ਸਕੱਤਰ ਵਜੋਂ ਪੰਜਾਬ ਦੇ ਲਈ ਕੀ ਵਿਜ਼ਨ ਹੋਏਗਾ, ਇਸ ਸੰਬੰਧੀ ਜ਼ੀ ਮੀਡੀਆ ਦੀ ਟੀਮ ਨੇ ਮੁੱਖ ਸਕੱਤਰ अनुराग वर्मा ਦੇ ਨਾਲ ਖਾਸ ਤੌਰ ਤੇ ਗੱਲਬਾਤ ਕੀਤੀ। पंजाब के पुत्र पटियाला के जंपर ਅਤੇ अध्यापक माता पिता के बेटे अनुराग वर्मा जी ਜਿਹੜੇ कि ਹੁਣ पंजाब के चीफ सैकटरी बन गए हैं। अज ਅਸੀਂ ਉਹਨਾਂ ਨਾਲ ਗੱਲ ਕਰਾਂਗੇ। वर्मा जी ਤੁਹਾਡਾ ਜੀ ਮੇਰੇ 'ਚ ਬਹੁਤ ਬਹੁਤ ਸਵਾਗਤ ਹੈ। बहुत बहुत धन्यवाद जी। ਤੇ ਸਰ ਤੁਹਾਡੀਆਂ ਪ੍ਰਾਇਓਰਟੀਜ਼ ਕੀ ਨੇ? ਤੁਸੀਂ ਚੀਫ ਸੈਕਟਰੀ ਬਣੇ ਹੋ, ਸਰਕਾਰ ਦਾ 1.5 ਸਾਲ ਹੋ ਗਿਆ, ਸਰਕਾਰ ਦੀ ਕਾਫੀ ਜ਼ਿਆਦਾ ਕੰਮ ਜਿਹੜੇ ਪਏ ਨੇ, ਤੇ ਤੁਸੀਂ ਉਹਨੂੰ ਕੀ ਪ੍ਰਾਇਓਰਟੀ ਸਮਝਦੇ ਹੋ ਆਪਣੀ? ਤੁਸੀਂ ਜਿਵੇਂ ਜਾਣਦੇ ਹੀ ਹੋ ਕਿ ਡੈਮੋਕ੍ਰੇਸੀ ਦੇ ਵਿੱਚ ਆਪਾਂ ਰਹਿ ਰਹੇ ਹਾਂ ਤੇ ਡੈਮੋਕ੍ਰੈਟਿਕਲੀ ਇਲੈਕਟਿਡ ਜਿਹੜੀ ਸਰਕਾਰ ਹੈ ਸਰਦਾਰ ਭਗਵੰਤ ਮਾਨ ਜੀ ਦੀ, ਉਹਨਾਂ ਦੀਆਂ ਪ੍ਰਾਇਰਟੀਜ਼ ਬੜੀਆਂ ਕਲੀਅਰ ਨੇ। ਤੇ ਬਿਊਰੋਕ੍ਰੇਸੀ ਦਾ ਕੰਮ ਇਹ ਹੁੰਦਾ ਹੈ ਕਿ ਜਿਹੜੀ ਡੈਮੋਕ੍ਰੈਟਿਕਲੀ ਇਲੈਕਟਿਡ ਗਵਰਨਮੈਂਟ ਦੀਆਂ ਲੋਕ ਪੱਖੀ ਨੀਤੀਆਂ ਨੇ ਉਹਨਾਂ ਨੂੰ ਐਕਚੁਅਲੀ ਗਰਾਊਂਡ ਤੇ ਇੰਪਲੀਮੈਂਟ ਕਰਨਾ, ਤਾਂ ਕਿ ਉਹ ਚੀਜ਼ਾਂ ਗੱਲਾਂ ਦੇ ਤੌਰ ਤੇ ਨਾ ਰਹਿ ਜਾਣ, ਉਹਨਾਂ ਦਾ ਅਸਲ ਦੇ ਵਿੱਚ ਲੋਕਾਂ ਨੂੰ ਲਾਭ ਮਿਲ ਸਕੇ। ਸੀਐਮ ਸਾਹਿਬ ਨੇ ਆਪਣੀਆਂ ਪ੍ਰਾਇਰਟੀਜ਼ ਬੜੀਆਂ ਕਲੀਅਰ ਕੀਤੀਆਂ ਹੋਈਆਂ ਨੇ। ਸਿਹਤ ਉਹਨਾਂ ਦਾ, ਸਿਹਤ ਸੇਵਾਵਾਂ ਦੇਣਾ ਪਬਲਿਕ ਨੂੰ ਉਹਨਾਂ ਦੀ ਬਹੁਤ ਵੱਡੀ ਪ੍ਰਾਇਰਟੀ ਹੈ। ਐਜੂਕੇਸ਼ਨ ਸਿਸਟਮ ਦੇ ਵਿੱਚ ਸੁਧਾਰ ਕਰਨਾ, ਇੱਕ ਸਾਫ਼ ਸੁਥਰਾ ਕਰਪਸ਼ਨ ਫਰੀ ਪ੍ਰਸ਼ਾਸਨ ਦੇਣਾ ਉਹਨਾਂ ਦੀ ਪ੍ਰਾਇਰਟੀ ਹੈ। ਰਾਜ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਮੇਨਟੇਨ ਕਰਨਾ ਉਹਨਾਂ ਦੀ ਬਹੁਤ ਇੰਪੋਰਟੈਂਟ ਪ੍ਰਾਇਰਟੀ ਹੈ। ਤੇ ਇਹ ਸਾਰੇ ਹੀ ਏਰੀਆਜ਼ ਜਿਹੜੇ ਸੀਐਮ ਸਾਹਿਬ ਦੀ ਪ੍ਰਾਇਰਟੀ ਨੇ, ਮੇਰੀ ਉਪਰਾਲਾ ਰਹੇਗਾ ਕਿ ਮੈਂ ਆਪਣੀ ਅਫਸਰਾਂ ਦੀ ਟੀਮ ਦੇ ਨਾਲ ਮਿਲ ਕੇ, ਬਹੁਤ ਵੱਡੀ ਅਫਸਰਾਂ ਦੀ ਮੁਲਾਜ਼ਮਾਂ ਦੀ ਟੀਮ ਹੈ, ਜਿਹੜਾ ਸਾਡਾ ਬਹੁਤ ਵੱਡਾ ਪਰਿਵਾਰ ਹੈ, ਕਿ ਅਸੀਂ ਸਾਰੇ ਮਿਲ ਕੇ ਜਿਹੜੀਆਂ ਇਹ ਸੀਐਮ ਸਾਹਿਬ ਦੀਆਂ ਪ੍ਰਾਇਰਟੀਜ਼ ਨੇ ਇਹਨਾਂ ਨੂੰ ਗਰਾਊਂਡ ਤੇ ਇਫੈਕਟਿਵਲੀ ਇੰਪਲੀਮੈਂਟ ਕਰਾਂਗੇ। ਸਰ ਇੱਕ ਸੀਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਹੈਗੇ ਨੇ ਸਕੂਲ ਆਫ ਐਮੀਨੈਂਸ ਹੈਗੇ ਨੇ, ਉਹਨਾਂ ਦੀ ਸੰਖਿਆ ਵਧਾਈ ਜਾ ਰਹੀ ਹੈ, ਔਰ ਹੋਰ ਜਿਹੜੇ ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਨੇ, ਉਸ ਨੂੰ ਲੈ ਕੇ ਤੁਹਾਡਾ ਕੀ ਵਿਜ਼ਨ ਹੈਗਾ ਕਿ ਤੁਸੀਂ ਕਿਸ ਤਰ੍ਹਾਂ ਚਾਹੁੰਦੇ ਕਿ ਇਹ ਲੋਕਾਂ ਤੱਕ ਹੋਰ ਇਹਦਾ ਫਾਇਦਾ ਪਹੁੰਚੇ? ਜਿਹੜੇ ਸੀਐਮ ਸਾਹਿਬ ਦੇ ਇਹ ਦੋ ਮੇਨ ਪੈਟ ਪ੍ਰੋਜੈਕਟ ਨੇ, ਮੁਹੱਲਾ ਕਲੀਨਿਕਸ ਤੇ ਸਕੂਲ ਆਫ ਐਮੀਨੈਂਸ, ਤੁਸੀਂ ਸਮਝਦੇ ਹੋ ਕਿ ਇਹ ਪਬਲਿਕ ਦੇ ਲਈ ਬਹੁਤ ਮਹੱਤਵਪੂਰਨ ਚੀਜ਼ਾਂ ਨੇ। ਇੱਕ ਆਮ ਮਿਡਲ ਕਲਾਸ ਜਾਂ ਗਰੀਬ ਆਦਮੀ ਦੀ ਸਭ ਤੋਂ ਮੁੱਖ ਲੋੜ ਹੁੰਦੀ ਹੈ ਕਿ ਜੇ ਉਹਨੂੰ ਕੋਈ ਸਿਹਤ ਸੇਵਾਵਾਂ ਦੀ ਲੋੜ ਹੈ ਤਾਂ ਉਹਨੂੰ ਮੁਫਤ ਜਾਂ ਸਸਤੇ ਭਾਅ 'ਤੇ ਮਿਲ ਸਕਣ। ਉਹਦੇ ਬੱਚਿਆਂ ਦੀ ਸਿੱਖਿਆ, ਵਧੀਆ ਕੁਆਲਿਟੀ ਦੀ ਸਿੱਖਿਆ ਮਿਲ ਸਕੇ, ਤਾਂ ਕਿ ਉਹ ਇੱਕ ਜਿਹੜਾ ਬਹੁਤ ਅੱਛਾ ਦੇਸ਼ ਦੇ ਲਈ ਹਿਊਮਨ ਰਿਸੋਰਸ ਬਣ ਸਕਣ। ਤਾਂ ਸੀਐਮ ਸਾਹਿਬ ਨੇ ਇਹਨਾਂ ਦੋਨਾਂ ਏਰੀਆਜ਼ ਨੂੰ ਆਪਣਾ ਪ੍ਰਾਇਰਟੀ 'ਤੇ ਰੱਖਿਆ ਹੈ। ਇਹਨਾਂ ਦੋਨਾਂ ਏਰੀਆਜ਼ ਪਿਛਲੇ ਸਾਲ ਬਹੁਤ ਕੰਮ ਹੋਇਆ, ਬਟ ਇਸ ਨੂੰ ਹੋਰ ਵੀ ਜ਼ਿਆਦਾ ਇਫੈਕਟਿਵ ਤਰੀਕੇ ਨਾਲ ਤੇ ਹੋਰ ਜ਼ਿਆਦਾ ਫੈਲਾਉਣ ਦਾ ਅਸੀਂ ਹੈਲਥ ਡਿਪਾਰਟਮੈਂਟ ਤੇ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਲ ਮਿਲ ਕੇ ਉਪਰਾਲਾ ਕਰਾਂਗੇ। ਜਿਹੜੇ ਲੋਕ ਇਹ ਸੇਵਾਵਾਂ ਇਸਤੇਮਾਲ ਕਰ ਰਹੇ ਨੇ ਉਹਨਾਂ ਤੋਂ ਫੀਡਬੈਕ ਲਵਾਂਗੇ। ਜਿਹੜੇ ਲੋਕ ਇਹ ਜਿਹੜੇ ਸਾਡੇ ਕਰਮਚਾਰੀ ਇਹ ਸੇਵਾਵਾਂ ਦੇ ਰਹੇ ਨੇ ਉਹਨਾਂ ਦੇ ਨਾਲ ਇੰਟਰੈਕਟ ਕਰਕੇ ਦੇਖਾਂਗੇ ਕਿ ਇਹਨਾਂ ਸੇਵਾਵਾਂ ਨੂੰ ਹੋਰ ਜ਼ਿਆਦਾ ਕਾਰਗਰ ਤਰੀਕੇ ਦੇ ਨਾਲ ਕਿਵੇਂ ਅਸੀਂ ਦਿੱਤਾ ਜਾ ਰਿਹਾ ਹੈ, ਤਾਂ ਕਿ ਪਬਲਿਕ ਨੂੰ ਇਹਨਾਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਮਿਲੇ। ਤੁਸੀਂ ਪ੍ਰਮੁੱਖ ਸਕੱਤਰ ਹੋਮਜ਼ ਅਤੇ ਵਿਜੀਲੈਂਸ ਬਿਊਰੋ ਵੀ ਹੈਗੇ ਨੇ, ਤੇ ਉਹਦੇ ਵਿੱਚ ਸਰਕਾਰ ਦਾ ਜਿਹੜਾ ਵਿਜ਼ਨ ਸੀਗਾ ਕਿ 0% ਜਿਹੜੀ ਹੈਗੀ ਹੈ, 0 ਟੋਲਰੈਂਸ ਹੈਗੀ ਆਪਣੀ ਕਰਪਸ਼ਨ ਨੂੰ ਲੈ ਕੇ, ਤੇ ਉਹ ਜਿਹੜਾ ਅਭਿਆਨ ਹੈਗਾ ਉਹ ਇੱਦਾਂ ਹੀ ਚੱਲਦਾ ਰਹੇਗਾ? ਤੇ ਉਹਦੇ ਵਿੱਚ ਤਾਲਮੇਲ ਕਿੱਦਾਂ ਬਿਠਾਓਗੇ ਤੁਸੀਂ ਆਫਿਸਰਸ ਔਰ ਜਿਹੜੇ ਹੈਗੇ ਨੇ ਵਿਜੀਲੈਂਸ ਦੇ ਵਿੱਚ? ਜਿੱਥੇ ਤੱਕ ਕਰਪਸ਼ਨ ਰੋਕਣਾ ਹੈ, ਇਸ ਬਾਰੇ ਕੋਈ ਵੀ ਦੋ ਰਾਏ ਨਹੀਂ ਹੋ ਸਕਦੀ ਕਿ ਕਰਪਸ਼ਨ ਸਾਡਾ ਇੱਕ ਘੁਣ ਦੀ ਤਰ੍ਹਾਂ ਸਾਡੇ ਸਮਾਜ ਨੂੰ ਖਾ ਰਿਹਾ ਹੈ ਤੇ ਇਸ ਨੂੰ ਖਤਮ ਕਰਨਾ ਲਾਜ਼ਮੀ ਹੈ। ਇਹ ਬਿਲਕੁਲ ਅਨਐਕਸੈਪਟੇਬਲ ਹੈ ਕਿ ਕਿਸੇ ਸਰਕਾਰ ਦੇ ਕਿਸੇ ਵੀ ਦਫ਼ਤਰ ਦੇ ਵਿੱਚ ਕਰਪਸ਼ਨ ਹੋਏ। ਤਾਂ ਕਰਪਸ਼ਨ ਰੋਕਣ ਦੇ ਲਈ ਜਿਹੜੀ ਸੀਐਮ ਸਾਹਿਬ ਨੇ ਮੁਹਿੰਮ ਵਿੱਢੀ ਹੈ, ਉਹਨੂੰ ਅਮਲੀ ਜਾਮਾ ਪਨਾਉਣ ਲਈ ਮੇਰਾ ਟੂ ਪ੍ਰੋਂਗਡ ਅਪਰੋਚ ਰਹੇਗੀ। ਇੱਕ ਤਾਂ ਜਦ ਮੈਂ ਸਪੈਸ਼ਲ ਸੈਕਟਰੀ ਰੈਵਨਿਊ ਸੀ ਤਾਂ ਅਸੀਂ ਲੈਂਡ ਰਿਕਾਰਡ ਨੂੰ ਕੰਪਿਊਟਰਾਈਜ਼ ਕੀਤਾ ਸੀ। ਬਹੁਤ ਯਤਨ ਕਰਕੇ ਮੈਂ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਦਾ ਫਾਇਦਾ ਚੱਕ ਕੇ ਫਰਦ ਕੇਂਦਰ ਬਣਾਏ ਸੀ, ਤੇ 12,000 ਚੋਂ ਮੈਂ ਆਪਣੇ ਟੈਨਿਓਰ ਦੇ ਵਿੱਚ ਲਗਭਗ 10,000 ਪਿੰਡਾਂ ਦਾ ਰਿਕਾਰਡ ਕੰਪਿਊਟਰਾਈਜ਼ ਕਰਤਾ ਸੀ। ਤਾਂ ਜਦ ਇੱਕ ਵਾਰੀ ਰਿਕਾਰਡ ਕੰਪਿਊਟਰਾਈਜ਼ ਹੋ ਗਿਆ ਤਾਂ ਤੁਹਾਨੂੰ ਆਪਣੀ ਫਰਦ ਲੈਣ ਦੇ ਲਈ ਪਟਵਾਰੀ ਕੋਲ ਜਾਣ ਦੀ ਲੋੜ ਨਹੀਂ ਹੈ। ਕੁਝ ਕੰਮਾਂ ਲਈ ਜਾਣਾ ਪਏਗਾ, ਬਟ ਜੇ ਕੇਵਲ ਤੁਸੀਂ ਆਪਣੀ ਫਰਦ ਚੈੱਕ ਹੀ ਕਰਨੀ ਹੈ 6 ਮਹੀਨੇ ਬਾਅਦ,
ਕਿ ਮੇਰੀ ਕਿਸੇ ਰਿਕਾਰਡ ਦੇ ਨਾਲ ਕਿਸੇ ਨੇ ਕੋਈ ਟੈਂਪਰਿੰਗ ਕੋਈ ਧੋਖਾਧੜੀ ਤਾਂ ਨਹੀਂ ਕੀਤੀ, ਤਾਂ ਤੁਸੀਂ ਸਿੰਪਲੀ ਆਪਣਾ ਇੰਟਰਨੈਟ ਤੇ ਜਾ ਕੇ ਚਾਹੇ ਤੁਸੀਂ NRI ਹੋ ਆਪਣਾ ਰਿਕਾਰਡ ਚੈੱਕ ਕਰ ਸਕਦੇ ਹੋ। ਤਾਂ ਉਹ ਜਦ ਸਿਸਟਮ ਪਟਵਾਰੀ ਦੀ ਪਕੜ ਤੋਂ ਬਾਹਰ ਹੀ ਹੋ ਗਿਆ, ਰਿਕਾਰਡ ਇੰਟਰਨੈਟ ਤੇ ਆ ਗਿਆ, ਤਾਂ ਕਰਪਸ਼ਨ ਦਾ ਉੱਥੇ ਸਕੋਪ ਹੀ ਖਤਮ ਹੋ ਗਿਆ। ਤਾਂ ਬਹੁਤ ਸਾਰੀਆਂ ਸੇਵਾਵਾਂ ਨੇ ਜਿਨ੍ਹਾਂ ਦੀ ਬਿਜ਼ਨਸ ਪ੍ਰੋਸੈਸ ਰੀ-ਇੰਜੀਨੀਅਰਿੰਗ ਕੀਤੀ ਜਾ ਸਕਦੀ ਹੈ, ਜਿਹਦੇ ਨਾਲ ਜਿਹੜਾ ਪਬਲਿਕ ਸਰਵੈਂਟ ਦੇ ਨਾਲ ਇੰਟਰਫੇਸ ਹੈ ਉਹ ਬਹੁਤ ਮਿਨੀਮਾਈਜ਼ ਹੋ ਜਾਏਗਾ। ਉਸ 'ਤੇ ਅਸੀਂ ਕੰਮ ਕਰਾਂਗੇ ਤਾਂ ਜੋ ਕਰਪਸ਼ਨ ਦਾ ਸਕੋਪ ਹੀ ਘਟ ਜਾਵੇ। ਦੂਸਰਾ, ਜਿਹੜੀ ਅੱਜ ਤੱਕ CM ਸਾਹਿਬ ਨੇ ਮੁਹਿੰਮ ਚਲਾਈ ਹੋਈ ਆ ਉਹ ਉਨੀ ਹੀ ਇਫੈਕਟਿਵਨੈਸ ਦੇ ਨਾਲ ਲਾਗੂ ਰਹੇਗੀ। ਜਿੱਥੇ ਕਿਤੇ ਆਫਿਸਰਸ ਕੋਈ ਫੀਲ ਕਰਦੇ ਨੇ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਹੈ, ਕਿਤੇ ਉਹਨਾਂ ਨਾਲ ਧੱਕਾ ਕੀਤਾ, ਉੱਥੇ ਇੰਡੀਪੈਂਡੈਂਟ ਮੈਕੈਨਿਜ਼ਮ ਸਰਕਾਰ ਦੇ ਬਣੇ ਹੋਏ ਨੇ। ਉਹਨਾਂ ਇੰਡੀਪੈਂਡੈਂਟ ਮੈਕੈਨਿਜ਼ਮਸ ਨੂੰ ਲਾਗੂ ਕਰਕੇ ਇਹ ਇਨਸ਼ੋਰ ਕੀਤਾ ਜਾਵੇਗਾ ਕਿ ਕੋਈ ਕਰਪਟ ਬੰਦਾ ਬਖਸ਼ਿਆ ਨਾ ਜਾਵੇ ਤੇ ਕਿਸੇ ਇਨੋਸੈਂਟ ਬੰਦੇ ਨਾਲ ਕੋਈ ਧੱਕਾ ਨਾ ਹੋਵੇ। ਤੇ ਜੋ ਚੀਫ ਸੈਕਟਰੀ ਹੁੰਦੇ ਆ ਉਹ ਸੈਂਟਰ ਔਰ ਪੰਜਾਬ ਸਰਕਾਰ ਦੀ ਕੜੀ ਦਾ ਪੁਲ ਦਾ ਕੰਮ ਕਰਦੇ ਆ। ਤੋ ਜੋ ਫੰਡਸ ਦੀ ਆਪਾਂ ਗੱਲ ਕਰਦੇ ਹਾਂ, ਕਈ ਵਾਰੀ ਫੰਡਸ ਦੀਆਂ ਸਕੀਮਾਂ ਚੱਲਦੀਆਂ ਨੇ ਸੈਂਟਰ ਤੋਂ ਆਉਂਦੀਆਂ ਨੇ, ਉਹਨੂੰ ਜਿਹੜੀ ਹੈਗੀ ਰੋਕ ਲਿਆ ਜਾਂਦਾ ਹੈਗਾ। ਤੇ ਇਹਨੂੰ ਤੁਸੀਂ ਕਿਸ ਤਰ੍ਹਾਂ ਮਤਲਬ ਕਿ ਇਸ ਚੀਜ਼ ਨੂੰ ਜਿਹੜੀ ਹੈਗੀ ਖਾਈ ਨੂੰ ਕਿੱਦਾਂ ਪੂਰੀ ਕਰੋਗੇ? ਜਿਹੜਾ ਬਿਊਰੋਕ੍ਰੈਟਿਕ ਲੈਵਲ ਤੇ ਇੰਟਰੈਕਸ਼ਨ ਹੁੰਦਾ ਹੈ ਚੀਫ ਸੈਕਟਰੀ ਤੇ ਜਿਹੜੇ ਡਿਫਰੈਂਟ ਐਡਮਿਨਿਸਟ੍ਰੇਟਿਵ ਸੈਕਟਰੀਜ਼ ਨੇ, ਉਹ ਜਿਹੜੇ ਭਾਰਤ ਸਰਕਾਰ ਦੇ 25-30 ਮਹੱਤਵਪੂਰਨ ਮਹਿਕਮੇ ਨੇ ਉਹਨਾਂ ਦੇ ਨਾਲ ਲਿਖਤੀ ਪੜਤੀ ਕਰਦੇ ਨੇ, ਉਹਨਾਂ ਦੇ ਨਾਲ ਮੀਟਿੰਗਸ ਕਰਦੇ ਨੇ। ਮੇਰਾ ਤੇ ਮੇਰੀ ਅਫਸਰਾਂ ਦੀ ਟੀਮ ਦਾ ਪੂਰਾ ਉਪਰਾਲਾ ਰਹੇਗਾ ਕਿ ਅਸੀਂ ਆਪਣੀ ਦਿੱਲੀ ਦੇ ਅਫਸਰਾਂ ਜਿਹੜੇ ਵੀ IAS ਅਫਸਰ ਨੇ ਉੱਥੇ ਭਾਰਤ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੇ ਸੈਕਟਰੀਜ਼ ਨੇ, ਉਹਨਾਂ ਦੇ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਪੰਜਾਬ ਦੀਆਂ ਜਿਹੜੀਆਂ ਜ਼ਰੂਰਤਾਂ ਨੇ, ਅਸੀਂ ਇੱਕ ਬਾਰਡਰ ਸਟੇਟ ਹਾਂ, ਸਾਡਾ ਪੰਜਾਬ ਭਾਰਤ ਦੀ ਜਿਹੜੀਆਂ ਸਭ ਤੋਂ ਮਹੱਤਵਪੂਰਨ ਸਟੇਟਸ ਨੇ ਉਹਨਾਂ 'ਚੋਂ ਆਉਂਦੀ ਹੈ। ਅਸੀਂ ਸਾਰੇ ਦੇਸ਼ ਨੂੰ ਅੰਨ ਪ੍ਰੋਵਾਈਡ ਕਰਦੇ ਹਾਂ। ਤਾਂ ਅਸੀਂ ਆਪਣੀਆਂ ਜਿਹੜੀਆਂ ਵੀ ਜ਼ਰੂਰਤਾਂ ਨੇ ਅਸੀਂ ਆਪਣਾ ਦਿੱਲੀ ਦੇ ਆਫਿਸਰਸ ਨੂੰ ਮਿਲ ਕੇ ਉਹਨਾਂ ਨੂੰ ਕਨਵਿੰਸ ਕਰਾਵਾਂਗੇ, ਉਹਨਾਂ ਨੂੰ ਦੱਸਾਂਗੇ ਕਿ ਆਹ ਸਾਡੀਆਂ ਜੈਨੂਇਨ ਰਿਕੁਆਇਰਮੈਂਟਸ ਨੇ। ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਆਪਣੀ ਸਟੇਟ ਦੇ ਲਈ ਵੱਧ ਤੋਂ ਵੱਧ ਫੰਡਸ ਲੈ ਕੇ ਆ ਸਕਾਂਗੇ। ਤੁਸੀਂ ਸਰ ਨਾਰਮਲ ਫੈਮਿਲੀ 'ਚ ਉੱਠ ਕੇ ਮਤਲਬ ਕਿ ਤੁਸੀਂ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ 'ਚ ਗੋਲਡ ਮੈਡਲਿਸਟ ਦੀ ਡਿਗਰੀ ਕੀਤੀ, ਅਤੇ ਕਦੇ ਸੋਚਿਆ ਸੀਗਾ ਕਿ ਮੈਂ ਜਦ ਚੀਫ ਸੈਕਟਰੀ ਬਣੂੰਗਾ ਅਤੇ ਮੈਂ ਇੱਕ ਆਮ ਲੋਕਾਂ ਲਈ, ਆਮ ਜਿਹੜੇ ਪਰਿਵਾਰ ਨੇ ਉਹਨਾਂ ਲਈ ਕੁਛ ਕਰਨ ਦੀ ਕੋਈ ਸੋਚੀ ਹੋਵੇ? ਇਹ ਮੇਰੇ ਮਾਤਾ ਪਿਤਾ ਦਾ ਆਸ਼ੀਰਵਾਦ ਹੈ ਅਤੇ ਰੱਬ ਦਾ ਬਲੈਸਿੰਗਸ ਨੇ, ਮੈਨੂੰ ਰੱਬ ਦੀ ਮਿਹਰ ਹੈ ਮੇਰੇ 'ਤੇ ਬਹੁਤ ਵੱਡੀ ਕਿ ਉਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ। ਨੌਕਰੀ ਮੈਂ ਇਸੇ ਲਈ ਜੁਆਇਨ ਕੀਤੀ ਸੀ IAS ਦੀ, ਤਾਂ ਕਿ ਪਬਲਿਕ ਦੀ ਸੇਵਾ ਕਰ ਸਕਾਂ। ਅੱਜ ਜਿਹੜਾ ਮੈਨੂੰ ਰੱਬ ਨੇ ਇਹ ਅਹੁਦਾ ਬਖਸ਼ਿਆ ਹੈ ਤਾਂ ਮੇਰਾ ਪੂਰਾ ਉਪਰਾਲਾ ਰਹੇਗਾ ਕਿ ਸਾਰੇ ਅਫਸਰਾਂ ਨੂੰ ਨਾਲ ਲੈ ਕੇ, ਸਾਰੇ ਪਬਲਿਕ ਦੇ ਲੋਕਾਂ ਨੂੰ ਨਾਲ ਲੈ ਕੇ ਜੋ ਮੈਨੂੰ ਸਮਾਂ ਮਿਲਿਆ ਹੈ ਉਸ 'ਚ ਮੈਂ ਵੱਧ ਤੋਂ ਵੱਧ ਪਬਲਿਕ ਦੀ ਸੇਵਾ ਕਰ ਸਕਾਂ। ਤੁਸੀਂ ਆਪਣੇ ਕਰਮਚਾਰੀ ਜਿਹੜੇ ਤੁਹਾਡੇ ਸਾਰੇ ਪੰਜਾਬ ਦੇ ਕਰਮਚਾਰੀ, ਉਹਨਾਂ ਨੂੰ ਕੁਝ ਸੁਨੇਹਾ ਦੇਣਾ ਚਾਹੋਗੇ? ਮੈਂ ਜਿਹੜੇ ਆਪਣੇ ਕਰਮਚਾਰੀ ਸਾਥੀ ਹਾਂ ਉਹਨਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਮੈਂ ਵੀ ਇੱਕ ਪਬਲਿਕ ਸਰਵੈਂਟ ਹਾਂ, ਤੁਸੀਂ ਵੀ ਸਾਰੇ ਇੱਕ ਪਬਲਿਕ ਸਰਵੈਂਟ ਹੋ। ਪਬਲਿਕ ਸਰਵੈਂਟ ਦਾ ਮਤਲਬ ਇਹ ਹੈ ਕਿ ਆਪਾਂ ਪਬਲਿਕ ਦੀ ਸੇਵਾ ਕਰਨ ਲਈ ਸਰਕਾਰ ਨੇ ਆਪਾਂ ਨੂੰ ਨਿਯੁਕਤ ਕੀਤਾ ਹੈ, ਉਸ ਲਈ ਆਪਾਂ ਨੂੰ ਸਰਕਾਰ ਤਨਖਾਹ ਦਿੰਦੀ ਹੈ। ਪੇ ਕਮਿਸ਼ਨਸ ਆਉਣ ਤੋਂ ਬਾਅਦ ਆਪਣੀ ਤਨਖਾਹ ਬਹੁਤ ਅੱਛੀ ਹੋ ਗਈ ਹੈ। ਇਮਾਨਦਾਰੀ ਦੀ ਵੀ ਰੋਟੀ ਜਿਹੜੀ ਹੈ ਉਹ ਆਪਾਂ ਨੂੰ ਬਹੁਤ ਵਧੀਆ, ਆਪਾਂ ਆਪਣੇ ਬੱਚਿਆਂ ਦਾ ਸਰਕਾਰ ਜੋ ਆਪਾਂ ਨੂੰ ਤਨਖਾਹ ਦਿੰਦੀ ਹੈ, ਬੜੀਆਂ ਅੱਛੀਆਂ ਤਨਖਾਹਾਂ ਹੋ ਗਈਆਂ ਹਨ, ਉਸ ਵਿੱਚ ਆਪਣਾ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਦੇ ਹਾਂ। ਮੇਰੀ ਸਾਰੇ ਕਰਮਚਾਰੀ ਭੈਣਾਂ ਭਰਾਵਾਂ ਨੂੰ ਅਪੀਲ ਹੈ ਕਿ ਇਮਾਨਦਾਰੀ ਦੀ ਕਮਾਈ ਦੇ ਵਿੱਚ ਬੜੀ ਬਰਕਤ ਹੈ, ਆਪਾਂ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰੀਏ। ਜੇ ਕੋਈ ਬੰਦਾ ਆਪਣੇ ਦਫ਼ਤਰ ਦੇ ਵਿੱਚ ਕੰਮ ਕਰਾਉਣ ਲਈ ਆਉਂਦਾ ਹੈ ਤਾਂ ਆਪਾਂ ਇਹ ਸੋਚੀਏ ਵੀ ਕੱਲ੍ਹ ਨੂੰ ਆਪਾਂ ਨੂੰ ਵੀ ਕਿਸੇ ਦਫ਼ਤਰ ਦੇ ਵਿੱਚ, ਆਪਣੇ ਵੀ ਕਿਸੇ ਭੈਣ ਭਰਾ ਨੂੰ ਕਿਸੇ ਸਰਕਾਰੀ ਦਫ਼ਤਰ ਦੇ ਵਿੱਚ ਕੰਮ ਕਰਾਉਣ ਲਈ ਜਾਣਾ ਪੈ ਸਕਦਾ ਹੈ, ਤਾਂ ਆਪਾਂ ਉਸ ਨੂੰ ਪਿਆਰ ਨਾਲ, ਮਾਣ ਸਤਿਕਾਰ ਨਾਲ ਜੇ ਡੀਲ ਕਰਦੇ ਹਾਂ ਤਾਂ ਆਪਣੀ ਜੇਬ 'ਚੋਂ ਕੁਛ ਨਹੀਂ ਜਾਂਦਾ, ਬਟ ਅਗਲਾ ਬਹੁਤ ਚੰਗਾ ਫੀਲ ਕਰਦਾ ਹੈ। ਆਪਾਂ ਉਪਰਾਲਾ ਕਰੀਏ ਕਿ ਉਸ ਨੂੰ ਮਾਣ ਸਤਿਕਾਰ ਨਾਲ, ਪਿਆਰ ਨਾਲ ਡੀਲ ਕਰੀਏ, ਅਤੇ ਜੋ ਵੀ ਉਹਦਾ ਕੰਮ ਹੈ ਬਿਨਾਂ ਕੋਈ ਫਾਲਤੂ ਦੇ ਓਬਜੈਕਸ਼ਨ ਲਗਾਏ ਛੇਤੀ ਤੋਂ ਛੇਤੀ ਕਰੀਏ। ਅਗਲੇ ਦੀਆਂ ਜਿਹੜੀਆਂ ਅਸੀਸਾਂ ਮਿਲਣਗੀਆਂ ਉਸ ਦੇ ਨਾਲ ਆਪਣੇ ਪਰਿਵਾਰ ਦੀ, ਆਪਣੇ ਬੱਚਿਆਂ ਦੀ ਬਰਕਤ ਮਿਲੇਗੀ। ਜਿਹੜੇ ਮੇਰੇ ਮਾਤਾ ਪਿਤਾ ਨੇ ਚੰਗੇ ਕੰਮ ਕੀਤੇ ਸੀ, ਉਹਨਾਂ ਦਾ ਅਸੀਸਾਂ, ਉਹਨਾਂ ਦੀਆਂ ਉਸ ਦੀ ਅਸੀਸਾਂ ਦੇ ਸਦਕਾ ਮੈਂ ਇਸ ਪਦ ਤੱਕ ਪਹੁੰਚਿਆ ਹਾਂ। ਜੇ ਤੁਸੀਂ ਲੋਕਾਂ ਦੇ ਕੰਮ ਨੇਕ ਨੀਤੀ ਨਾਲ ਕਰੋਗੇ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਜੋ ਤੁਹਾਨੂੰ ਉਹਦੇ ਬਦਲੇ ਅਸੀਸਾਂ ਮਿਲਣਗੀਆਂ, ਉਹਦੇ ਨਾਲ ਜਿਹੜਾ ਤੁਹਾਡੇ ਬੱਚੇ, ਤੁਹਾਡਾ ਪਰਿਵਾਰ, ਉਸ 'ਚ ਬਹੁਤ ਜ਼ਿਆਦਾ ਬਰਕਤ ਆਏਗੀ। ਅਤੇ ਮੁੱਖ ਮੰਤਰੀ ਤੋਂ ਬਾਅਦ ਜਿਹੜੇ ਚੀਫ ਸੈਕਟਰੀ ਹੁੰਦੇ ਆ ਉਹ ਮਲਕੀ ਸਰਕਾਰ ਦੇ ਸਰਵੋਸਰਬਾ ਹੁੰਦੇ ਆ, ਅਤੇ ਜਿਹੜੇ ਲੋਕ ਨੇ ਉਹਨਾਂ ਦੀ ਤੁਹਾਡੇ ਕੰਨੀ ਬਹੁਤ ਆਸ਼ਾ ਨਾਲ ਦੇਖਦੇ ਹੋਣੇ ਆ, ਅਤੇ ਲੋਕਾਂ ਨੂੰ ਤੁਸੀਂ ਕੁਝ ਕਹਿਣਾ ਚਾਹੋਗੇ?
ਮੈਂ ਲੋਕਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਜੋ ਵੀ ਸਰਕਾਰ ਤੋਂ ਤੁਹਾਡੀ ਉਮੀਦ ਹੈ, ਸਾਡਾ ਸਾਰਾ ਉਪਰਾਲਾ ਰਹੇਗਾ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਪੂਰੇ ਉਤਰ ਸਕੀਏ। ਤੁਹਾਡਾ ਸਾਨੂੰ ਸਾਥ ਚਾਹੀਦਾ ਹੈ। ਜਿੱਥੇ ਕਿਤੇ ਅਸੀਂ ਕੋਈ ਗਲਤੀ ਕਰਦੇ ਹਾਂ ਸਾਨੂੰ ਫੀਡਬੈਕ ਦਿਓ ਤਾਂ ਕਿ ਮੈਂ ਤੇ ਮੇਰੀ ਅਫਸਰਾਂ ਦੀ ਟੀਮ ਅਸੀਂ ਆਪਣੇ 'ਚ ਸੁਧਾਰ ਕਰ ਸਕੀਏ। ਤੇ ਸਰ ਤੁਸੀਂ ਕਦੋਂ ਮਤਲਬ ਕਿ ਜਿਹੜਾ ਹੈਗਾ ਆਪਣੇ ਐਜ਼ ਏ ਚੀਫ ਸੈਕਟਰੀ ਪੰਜਾਬ ਜਿਹੜਾ ਪਦ ਕਦੋਂ ਗ੍ਰਹਿਣ ਕਰੋਗੇ? ਮੈਂ 1 ਜੁਲਾਈ ਨੂੰ ਸਰਕਾਰ ਦੇ ਹੁਕਮਾਂ ਦੇ ਮੁਤਾਬਿਕ ਮੁੱਖ ਸਕੱਤਰ ਦਾ ਪਦ ਸੰਭਾਂਗਾ ਜੀ। ਤੇ ਸਰ ਜੀ ਮੀਡੀਆ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜੀ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਪਬਲਿਕ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ। ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਪੰਜਾਬ ਦੇ ਨਵੇਂ ਆਉਣ ਵਾਲੇ ਚੀਫ ਸੈਕਟਰੀ ਅਨੁਰਾਗ ਵਰਮਾ ਜੀ, ਜਿਹੜੇ ਕਿ 2029 ਦੇ ਵਿੱਚ ਰਿਟਾਇਰ ਹੋਣਗੇ। ਪਹਿਲਾਂ ਚੀਫ ਸੈਕਟਰੀ ਮਿਲਦੇ ਰਹੇ ਨੇ 1 ਸਾਲ ਲਈ, 2 ਸਾਲ ਲਈ, 3 ਸਾਲ ਲਈ, ਪਰ ਇਹਨਾਂ ਕੋਲ ਬਹੁਤ ਲੰਬਾ ਸਮਾਂ ਹੈਗਾ ਤੇ ਜਿਹਦਾ ਫਾਇਦਾ ਆਉਣ ਵਾਲੇ ਟਾਈਮ ਵਿੱਚ ਲੋਕਾਂ ਨੂੰ ਵੀ ਮਿਲਣਾ ਪੂਰੀ ਤਰ੍ਹਾਂ ਨਾਲ ਸਾਹਮਣੇ ਆਏਗਾ ਕਿ ਇਹਨਾਂ ਨੇ ਕੀ ਕੰਮ ਕਰਨੇ ਨੇ। ਇੰਨੇ ਸਾਲ 'ਚ ਕਿਸੇ ਅਫਸਰ ਨੂੰ ਸਮਝਣ ਵਾਸਤੇ ਬਹੁਤ ਟਾਈਮ ਚਾਹੀਦਾ ਹੁੰਦਾ, ਇਹਨਾਂ ਕੋਲ ਕਾਫੀ ਟਾਈਮ ਹੈ ਤੇ ਲੋਕਾਂ ਨੂੰ ਇਹਨਾਂ ਦੀ ਜਿਹੜੀ ਸਰਵਿਸ ਉਹਦਾ ਬਹੁਤ ਫਾਇਦਾ ਆਉਣ ਵਾਲੇ ਟਾਈਮ 'ਚ ਮਿਲੇਗਾ। ਕੈਮਰਾ ਪਰਸਨ ਅਸ਼ਵਨੀ ਨਾਲ ਮਨੋਜ ਜੋਸ਼ੀ, ਜੀ ਮੀਡੀਆ, ਚੰਡੀਗੜ੍ਹ।